ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਪ੍ਰਭ ਸੇਵਹਿ ਸਦ ਸਾਚਾ, ਅਨ ਦਿਨ ਸਹਿਜ ਪਿਆਰ। ਸਦਾ ਆਨੰਦ ਗਾਵਹਿ ਗੁਣ ਸਾਚੇ, ਅਰਧ ਉਰਧ ਉਰ ਧਾਰ। ਅੰਤਰ ਪ੍ਰੀਤਮ ਵਸਿਆ, ਧੁਰ ਕਰਮ ਲਿਖਿਆ ਕਰਤਾਰ। ਨਾਨਕ ਆਪ ਮਿਲਾਇਨ, ਆਪੇ ਕਿਰਪਾ ਧਾਰ। ਮਹੱਲਾ ਤੀਜਾ। ਕਹਿਐ ਕਥਿਐ ਨਾ ਪਾਈਐ, ਅਨ ਦਿਨ ਰਹਿ ਸਦਾ ਗੁਣ ਗਾਏ। ਬਿਨ ਕਰਮੈ ਕਿਨੈ ਨਾ ਪਾਇਓ, ਭੌਂਕ ਮੂਏ ਬਿਲ ਲਾਏ। ਗੁਰ ਕੈ ਸ਼ਬਦ ਮਨ ਤਨ ਭਿਜੈ, ਆਪ ਵਸੈ ਮਨ ਆਏ। ਨਾਨਕ ਨਦਰੀ ਪਾਈਐ, ਆਪੇ ਲਏ ਮਿਲਾਏ। ਪੌੜੀ। ਆਪੇ ਵੇਦ ਪੁਰਾਨ ਸਭ ਸ਼ਾਸਤ, ਆਪ ਕਥੈ ਆਪ ਭੀਜੈ। ਆਪੇ ਹੀ ਬਹਿ ਪੂਜੇ ਕਰਤਾ, ਆਪ ਪਰਪੰਚ ਕਰੀਜੈ। ਆਪ ਪਰਵਿਰਤ ਆਪ ਨਿਰਵਿਰਤੀ, ਆਪੇ ਅਕਥ ਕਥੀਜੈ। ਆਪੇ ਪੁੰਨ ਸਭ ਆਪ ਕਰਾਏ, ਆਪ ਅਲਿਪਤ ਵਰਤੀਜੈ। ਆਪੇ ਸੁਖ ਦੁਖ ਦੇਵੈ ਕਰਤਾ, ਆਪੇ ਬਖਸ਼ ਕਰੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵਡਭਾਗੇ ਹੋ ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਬਿਹਾਗੜੇ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ 8ਵੀਂ ਪੌੜੀ ਅਤੇ ਇਹਦੇ ਨਾਲ ਲੱਗਦੇ 2 ਸ਼ਲੋਕਾਂ ਦਾ ਮੂਲ ਪਾਠ ਸਰਵਣ ਕੀਤਾ ਹੈ। ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਇਸ ਪੌੜੀ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ, ਹੇ ਭਾਈ, ਧਰਮ ਦੀ ਦੁਨੀਆ ਦੇ ਵਿੱਚ ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਉਹਨਾਂ ਨੂੰ ਪੂਜਣ ਵਾਲੇ, ਉਹਨਾਂ ਦੀ ਗੱਲ ਕਰਨ ਵਾਲੇ, ਇਹ ਸਾਰਾ ਕੁਝ ਪਰਮਾਤਮਾ ਦਾ ਹੀ ਪਸਾਰਾ, ਪਰਮਾਤਮਾ ਦਾ ਹੀ ਰੂਪ ਹੈ। ਪਰਮਾਤਮਾ ਆਪ ਹੀ ਰਹਿਮਤ ਕਰਕੇ ਇਹਨਾਂ ਦੇ ਵਿੱਚ ਪ੍ਰਵਿਰਤ ਹੈ ਅਤੇ ਆਪ ਹੀ ਪਰਮਾਤਮਾ ਇਹਨਾਂ ਦੇ ਵਿੱਚ ਨਿਰਵਿਰਤੀ ਰੂਪ ਦੇ ਵਿੱਚ ਵਿਚਰ ਰਿਹਾ ਹੈ। ਕਹਿਣ ਲੱਗੇ, ਕੋਈ ਬੰਦਗੀ ਕਰਦਾ ਏ, ਕੋਈ ਬੰਦਗੀ ਕਰਾਉਂਦਾ ਏ, ਕੋਈ ਪੁੰਨ ਦੇ ਵਿੱਚ ਹੈ, ਕੋਈ ਦੁੱਖ ਦੇ ਵਿੱਚ, ਕੋਈ ਸੁੱਖ ਦੇ ਵਿੱਚ, ਇਹ ਸਾਰੇ ਦਾ ਸਾਰਾ ਪਰਮਾਤਮਾ ਦਾ ਹੀ ਰੂਪ ਹੈ। ਨਾਲ 2 ਸ਼ਲੋਕ ਨੇ ਧੰਨ ਗੁਰੂ ਅਮਰਦਾਸ ਜੀ ਦੇ, ਉਹਨਾਂ ਦੇ ਵਿੱਚ ਸਤਿਗੁਰਾਂ ਨੇ ਇਸ ਗੱਲ ਨੂੰ ਖੋਲ੍ਹਿਆ। ਕਹਿਣ ਲੱਗੇ, ਭਲਿਆ ਬੰਦਗੀ ਕਰਨੀ, ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨਾ, ਕਥਾ ਕਰਨੀ, ਇਹਨਾਂ ਨੂੰ ਰਚਨਾ,
ਇਹ ਕੁਝ ਤੇ ਮਨੁੱਖ ਦੇ ਹੱਥ ਦੇ ਵਿੱਚ ਹੋ ਸਕਦਾ ਹੈ, ਪਰ ਇਹਨਾਂ ਚੀਜ਼ਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ। ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦੇ ਨਾਲ ਕੇਵਲ ਤੇ ਕੇਵਲ ਪਰਮਾਤਮਾ ਦੀ ਪ੍ਰਾਪਤੀ ਨਹੀਂ, ਪਰਮਾਤਮਾ ਦੀ ਪ੍ਰਾਪਤੀ ਜਿਹੜੀ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੁੰਦੀ ਹੈ। ਜਿੰਨਾ ਚਿਰ ਮਾਲਕ ਦੀ ਕਿਰਪਾ ਨਹੀਂ ਉਹਨਾਂ ਚਿਰ ਉਹਦੀ ਪ੍ਰਾਪਤੀ ਨਹੀਂ ਹੋਵੇਗੀ। ਇਹ ਅੱਜ ਦੇ ਪਾਵਨ ਸ਼ਬਦ ਦਾ ਅੰਤਰੀ ਭਾਵ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਰੰਭ 'ਚ ਬਖਸ਼ਿਸ਼ ਕਰਦੇ ਨੇ। ਸ਼ਲੋਕ ਮਹੱਲਾ ਤੀਜਾ, ਇਹ 8ਵੀਂ ਪੌੜੀ ਦਾ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਗੁਰਮੁਖ ਪ੍ਰਭ ਸੇਵਹਿ ਸਦ ਸਾਚਾ, ਅਨ ਦਿਨ ਸਹਿਜ ਪਿਆਰ। ਅਨ ਦਿਨ ਦਾ ਅਰਥ ਕਰਾਂਗੇ ਦਿਨ ਰਾਤ, ਸਹਿਜ ਦੇ ਜੱਜੇ ਨੂੰ ਸਿਹਾਰੀ ਹੈ, ਇਹਦਾ ਅਰਥ ਕਰਾਂਗੇ ਸਹਿਜ ਦੇ ਵਿੱਚ ਟਿਕ ਗਏ। ਪਿਆਰ ਦਾ ਅਰਥ ਹੈ ਪ੍ਰੇਮ ਦੇ ਨਾਲ। ਕਹਿਣ ਲੱਗੇ ਜਿਹੜੇ ਮਨੁੱਖ ਰੋਜ਼ਾਨਾ ਹੀ ਪ੍ਰੇਮ ਦੇ ਵਿੱਚ ਟਿਕ ਕੇ ਗੁਰਮੁਖ ਪ੍ਰਭ ਸੇਵੈ ਸਦ ਸਾਚਾ, ਗੁਰੂ ਦੇ ਸਨਮੁਖ ਰਹਿ ਕੇ ਆਪਣੇ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਦੇ ਨੇ। ਅਗਲੀ ਪੰਕਤੀ ਹੈ, ਸਦਾ ਆਨੰਦ ਗਾਵੈ ਗੁਣ ਸਾਚੇ, ਅਰਧ ਉਰਧ ਉਰ ਧਾਰ। ਅਰਧ ਉਰਧ ਦਾ ਅਰਥ ਕਰਾਂਗੇ ਹੇਠਾਂ ਤੋਂ ਉੱਤੇ ਤੱਕ, ਭਾਵ ਹਰ ਥਾਂ ਦੇ ਉੱਤੇ ਵਿਆਪਕ ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਹੈ, ਉਹ ਗੁਰਮੁਖ ਉਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ, ਉਰ ਦਾ ਅਰਥ ਹਿਰਦਾ, ਧਾਰ ਦਾ ਅਰਥ ਕਰਾਂਗੇ ਧਾਰਨ ਕਰਕੇ, ਭਾਵ ਪਰੋ ਕੇ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਹਰ ਥਾਂ ਦੇ ਉੱਤੇ ਸਰਬ ਵਿਆਪਕ ਹੈ, ਉਹਨੂੰ ਹਿਰਦੇ ਦੇ ਵਿੱਚ ਪਰੋ ਕੇ ਸਦਾ ਆਨੰਦ ਗਾਵੈ ਗੁਣ ਸਾਚੇ। ਆਨੰਦ ਦਾ ਅਰਥ ਕਰਾਂਗੇ ਚੜ੍ਹਦੀ ਕਲਾ। ਉਹ ਹਮੇਸ਼ਾ ਹੀ ਪਰਮਾਤਮਾ ਦੇ ਜਿਹੜੇ ਗੁਣ ਨੇ ਚੜ੍ਹਦੀ ਕਲਾ ਦੇ ਵਿੱਚ ਆਨੰਦ ਦੇ ਨਾਲ ਗਾਉਂਦੇ ਰਹਿੰਦੇ ਨੇ। ਕੌਣ? ਜਿਨ੍ਹਾਂ ਦੀ ਗੱਲ ਪਹਿਲੀ ਪੰਕਤੀ 'ਚ ਕਹੀ ਕਿ ਗੁਰਮੁਖ ਪ੍ਰਭ ਸੇਵੈ ਸਾਚਾ। ਇਹ ਪਹਿਲੀਆਂ ਦੋ ਪੰਕਤੀਆਂ ਨੇ, ਇਹਨਾਂ ਦੇ ਅਰਥ ਸਾਨੂੰ ਇਕੱਠੇ ਕਰਨੇ ਪੈਣੇ ਨੇ। ਇੱਕ ਗੱਲ ਯਾਦ ਰੱਖਿਓ, ਜਦੋਂ ਕੋਈ ਪਰਮਾਤਮਾ ਦੀ ਬੰਦਗੀ ਕਰਦਾ ਹੈ ਨਾ, ਤੇ ਸਤਿਗੁਰੂ ਕਹਿ ਰਹੇ ਨੇ, ਕਹਿਣਗੇ ਉਸ ਪਰਮਾਤਮਾ ਦੇ ਗੁਣ ਉਹ ਗੁਰਮੁਖ ਪਿਆਰੇ ਗਾਉਂਦੇ ਨੇ ਜਿਹੜਾ ਪਰਮਾਤਮਾ ਅਰਧ ਉਰਧ ਹੈ, ਭਾਵ ਹੇਠਾਂ ਤੋਂ ਲੈ ਕੇ ਉੱਪਰ ਤੱਕ ਹਰ ਥਾਂ ਤੇ ਵਿਆਪਕ ਹੈ। ਤੇ ਮੈਂ ਅੱਜ ਸੋਚ ਰਿਹਾ ਸਾਂ, ਗੁਰਮਤਿ ਨੇ ਜਿਹੜੀ ਰੱਬ ਦੀ ਗੱਲ ਕੀਤੀ ਹੈ ਉਹ ਵਿਸ਼ਵਾਸ ਦੀ ਹੋਂਦ ਤੇ ਕੀਤੀ ਹੈ। ਮੈਂ ਉਸ ਦਿਨ ਵੀ ਕਿਹਾ ਸੀ, ਗੁਰਮੁਖੋ ਜੇ ਤੁਹਾਡੇ ਅੰਦਰ ਭਰੋਸਾ ਨਹੀਂ ਤੇ ਕੀਤੇ ਹੋਏ ਧਾਰਮਿਕ ਕਰਮ ਜਿਹੜੇ ਉਹ ਕਿਸੇ ਕੰਮ ਨਹੀਂ ਆਉਣਗੇ। ਚਲੋ ਮੈਂ ਇੱਕ ਤੁਹਾਨੂੰ ਹੋਰ ਉਦਾਹਰਨ ਦੇ ਦੇਣਾ। ਕਈ ਲੋਕ ਧਰਮ ਨੂੰ ਨਹੀਂ ਮੰਨਦੇ, ਇਹ ਇੱਕ ਵੱਖਰਾ ਵਿਸ਼ਾ ਹੈ। ਜਿਹੜੇ ਲੋਕ ਮਨੋਵਿਗਿਆਨ ਪੜ੍ਹਦੇ ਨੇ, ਅੱਜ ਆਉਣ ਵਾਲੇ ਸਮੇਂ 'ਚ ਅਸੀਂ ਮਨੋਵਿਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਢਾਲਾਂਗੇ। ਮਨੋਵਿਗਿਆਨ ਵੀ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਕੰਮ ਦੇ ਉੱਤੇ ਤੇਰਾ ਵਿਸ਼ਵਾਸ ਪੂਰਨ ਤੌਰ 'ਤੇ ਵੱਜ ਗਿਆ, ਉਹ ਤੇਰਾ ਕੰਮ ਜ਼ਰੂਰ ਹੋਵੇਗਾ। ਤੁਸੀਂ ਬਹੁਤਾਂਤ ਰੂਪ ਦੇ ਵਿੱਚ ਜਿਹੜੇ ਖਾਸ ਕਰਕੇ ਸਾਡੇ ਤੇ, ਚਲੋ ਅਸੀਂ ਤਰੱਕੀ ਵਾਲੇ ਰਾਹ 'ਤੇ ਤੁਰੇ ਨਹੀਂ ਨਾ, ਜਿਹੜੇ ਬਾਹਰੀ ਡਾਕਟਰ ਨੇ ਉਹ ਬੜੇ ਇਸ ਚੀਜ਼ ਦੇ ਉੱਤੇ, ਵਿਸ਼ੇ ਦੇ ਉੱਤੇ ਕੰਮ ਕਰਦੇ ਨੇ ਕਿ ਜਿਹੜੇ ਪਹਿਲਾਂ 3 ਤਰ੍ਹਾਂ ਦੇ ਮਨ ਦੀ ਗੱਲ ਕਰਦੇ ਸਨ, ਕੌਨਸ਼ੀਅਸ, ਅਨਕੌਨਸ਼ੀਅਸ, ਸਬ ਕੌਨਸ਼ੀਅਸ, ਹੁਣ ਸੁਪਰ ਕੌਨਸ਼ੀਅਸ ਦੀ ਵੀ ਗੱਲ ਹੈ। ਸਾਡਾ ਮਨ ਮਗਰੋਂ ਕੰਮ ਕਰਦਾ ਰਹਿੰਦਾ ਸਾਡੇ ਸੌਣ ਤੋਂ ਬਾਅਦ ਵੀ। ਪਰ ਮੈਂ ਚਲੋ ਅੱਜ ਇਹ ਮੇਰਾ ਮਨੋਵਿਗਿਆਨ ਦਾ ਵਿਸ਼ਾ ਨਹੀਂ, ਇਹ ਵੈਸੇ ਕੁਝ ਵਿਸ਼ੇ ਲੈਕਚਰ ਦੇ ਹੁੰਦੇ ਨੇ, ਕੁਝ ਕਥਾ ਦੇ ਹੁੰਦੇ ਨੇ। ਸਿਰਫ ਮੈਂ ਟਿਊਕ ਦੇਣੀ ਚਾਹੁੰਦਾ ਕਿ ਜਿਹੜੇ ਲੋਕ ਧਰਮ ਨੂੰ ਨਹੀਂ ਮੰਨਦੇ, ਜਿਹੜੇ ਸਾਇੰਸ ਦੇ ਵਿੱਚ ਭਰੋਸਾ ਰੱਖਦੇ ਨੇ, ਜਿਹੜੇ ਪਦਾਰਥ ਦੇ ਉੱਤੇ ਯਕੀਨ ਕਰਦੇ ਨੇ, ਉਹ ਵੀ ਹਰ ਕੰਮ ਨੂੰ ਵਿਸ਼ਵਾਸ ਦੇ ਨਾਲ ਕਰਨ, ਉਹ ਵੀ ਕੰਮ ਜਿਹੜਾ ਉਹ ਫਲੀਭੂਤ ਹੋ ਜਾਂਦਾ ਏ। ਗੁਰਮਤਿ ਕਹਿੰਦੀ ਹੈ ਜੇ ਤੂੰ ਰੱਬ ਦੇ ਘਰ 'ਚ ਆਉਣਾ ਹੈ ਤਾਂ ਤੈਨੂੰ ਸਭ ਤੋਂ ਪਹਿਲਾਂ ਵਿਸ਼ਵਾਸ ਹੋਣਾ ਚਾਹੀਦਾ। ਦੇਖੋ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨੇ ਨਾ ਬੜੀਆਂ ਥਾਵਾਂ 'ਤੇ ਗੱਲ ਕੀਤੀ। ਤੁਸੀਂ 10ਵੇਂ ਪਾਤਸ਼ਾਹ ਦੀ ਬਾਣੀ ਰੋਜ਼ ਪੜ੍ਹਦੇ ਜਾਪ ਸਾਹਿਬ, ਉੱਥੇ ਬਾਰ-ਬਾਰ ਜਿਹੜਾ ਹੈ ਸ਼ਬਦ ਵਰਤਿਆ, ਹਾਹੇ ਨੂੰ ਦੁਲਾਵਾਂ ਉੱਤੇ ਬਿੰਦੀ ਲਾ ਕੇ, ਉਹਦਾ ਭਾਵ ਹੈ ਕਿ ਤੂੰ ਮੌਜੂਦ ਹੈ, ਤੂੰ ਹਾਜ਼ਰ ਹੈ, ਅਰੂਪ ਹੈ, ਅਨੂਪ ਹੈ, ਤੂੰ ਹੈਗਾ ਏ। ਇਹ ਫੇਰ ਗੱਲ ਕਰ ਰਹੇ ਪਰ ਅਸੀਂ ਕਰਦੇ ਕੀ ਹਾਂ? ਸਾਡੀ ਸਮੱਸਿਆ ਪਤਾ ਕੀ? ਅਸੀਂ ਗੁਰੂ ਘਰ ਆਏ, ਬਾਣੀ ਪੜ੍ਹੀ, ਨਾਮ ਜਪਿਆ ਤੇ ਫਿਰ ਕਹਿ ਦਿੱਤਾ ਮੇਰਾ ਕੰਮ ਨਹੀਂ ਬਣਿਆ। ਉਹਦਾ ਕਾਰਨ ਕੀ ਹੈ? ਮੈਂ ਅਕਸਰ ਕਹਿੰਦਾ ਨਾ, ਤੁਸੀਂ ਪਾਣੀ ਪੀਂਦੇ ਪਿਆਸ ਨਹੀਂ ਬੁਝਦੀ ਪਈ, ਉਹਦਾ ਕਾਰਨ ਵਿਸ਼ਵਾਸ ਹੈ। ਆਪਣੇ ਅੰਦਰ ਅਸੀਂ ਝਾਤੀ ਮਾਰ ਕੇ ਵੇਖੀ, ਅਸੀਂ ਬਾਣੀ ਪੜ੍ਹਦਿਆਂ ਵੀ ਡਾਵਾਂ-ਡੋਲ ਹੋਈ ਫਿਰਦੇ ਹਾਂ, ਪਤਾ ਨਹੀਂ ਕਿ ਮੇਰਾ ਕੰਮ ਬਣਨਾ ਹੈ ਕਿ ਨਹੀਂ ਬਣਨਾ। ਜਿੰਨਾ ਚਿਰ ਤੁਹਾਡਾ ਮਨ ਨਹੀਂ ਨਾ ਟਿਕਦਾ, ਪੂਰਨ ਭਰੋਸਾ ਨਹੀਂ, ਉਹਨਾਂ ਚਿਰ ਤੱਕ ਇਹ ਬੇੜਾ ਪਾਰ ਨਹੀਂ ਹੋਣਾ।
सतगुरु इत्थे बख्शिश करते हैं। एक फिर किसी दिन विश्वास ते मैं लम्मा समा लावांगा क्योंकि मेरे मन च काफ़ी कुछ अज इनू मैनू मैटर भी मिलिया, पर इनू मैं वक्रे विषय दे विच अर्ज करांगा। सिर्फ अज दी ट्यूक दे देवां। सतगुरु अज कह रहे ने अर्ध उर्ध उर धार, जिहड़ा परमात्मा हर थां दे उत्ते मौजूद है। अर्ध उर्ध दा आपां सांझा अर्थ करता हर थां ते मौजूद, उस परमात्मा नूं हिरदे दे विच परो के सतगुरु कहणगे सदा आनंद गावै गुण साचे। वो हमेशा ही परमात्मा दे गुण चढ़दी कला दे नाल आनंद दे नाल गाउंदे ने। असीं ते माफ़ करना बाणी पढ़नी होवे तो मैं हुण की शब्द देसी जिहा वरता तां भी सानूं ताप चढ़िया हुंदा है। असीं ते बाणी भी लटकदे मूँह दे नाल ही पढ़दे आं कि मैं यार पाठ ते करदा पता नहीं काम बनना है कि नहीं बनना। तो जे तैनूं भरोसा ही नहीं हैगा तूं छड्ड बाणी पढ़नी कोई होर काम कर ला। ये गल याद रखियो, गुरु घर का जिहड़ा कॉन्सैप्ट ये विश्वास के उत्ते टिकिया होया है। सतगुरु कह लगे वो जो बाणी पढ़ते हैं तो चढ़ती कला च पढ़ते हैं, तो चढ़ती कला ही जिहड़ी कौम दे कोल एक इहो जी दात है परमात्मा दी। कौम जो जंगलों के विच रही, इत्थों तक जो तुसीं घल्लू घारियां नूं पढ़दे जे, एक दिन दे विच 30-35 हज़ार भी कौम का जिहड़ा सी वो नुकसान होया। जिहड़ी शहीदां की गिनती 30-35 हज़ार की भी पहुँचती है, पर तां भी कौम चढ़ती कला दे विच। इहो जी कौम नूं कौन मार सकदा? जिहड़ी कौम बंद बंद कटा के चरखड़ियां ते चढ़ के गलां दे विच हार बच्चियां दे पवा के भी चढ़ती कला च, उहदा कारण सानूं हमेशा चढ़ती कला ही सिखाई है। सतगुरु कहंदे बाणी पढ़नी वो भी चढ़ती कला च ही पढ़नी। परमात्मा दे गुण गाउणे ने, ये नहीं गाउणे कि मैं बड़ा गरीब है, मैं तो मरदा जा रहा, मेरा काम कोई नहीं तो चलो रब की बंदगी। नहीं, जदों भी परमात्मा की वडियाई करनी है हमेशा आनंद दे नाल चढ़ती कला दे नाल करनी है। सदा आनंद गावै गुण साचे, अर्ध उर्ध उर धार, जिहड़े गुरमुख प्यारे हर थां ते व्यापक हरि नूं अपने हिरदे च परो के रखते हैं। ਅਤੇ ਉਹਦਾ दिन रात जिहड़ा ये हमेशा ਉਹਦੇ गुण चढ़ती कला च गाउंदे ने। सतगुरु कहणगे गुरमुख प्रभ सेवै सद साचा, ਉਹ ही सच्चे परमात्मा नूं आन दिन सहज प्यार, सहज दे विच प्यार दे नाल परमात्मा नूं जपदे ने। अगे सतगुरु कहणगे अंतर प्रीतम वसिया। हुण जिद्दन भरोसे दे नाल परमात्मा नूं जपिया ना, वो अंदर हिरदे च आण के वस जांदा। अजे तक तो साडा परमात्मा जिहड़ा परमात्मा साडी जुबान ते नहीं वसिया, हिरदे च कित्थों वसेगा? तुसीं कदी भी कोई काम करदा देखो, ये जिन्हां दा ठीक है बाणी याद करनी चंगी गल करनी चाहिदी है, पर बाणी पढ़दे पढ़दे ध्यान तुहाडा खिंडिया, तुहानूं बाणी भुल गई। सानूं ते अजे तक जुबानी चीज़ां चेते नहीं होईयां, हिरदे च कित्थों आण के टिकणगीआं? सतगुरु कहंदे जिद्दन प्रेम पै गया उदन वो परमात्मा हिरदे च वस जाएगा। पर यह होना किद्दां है? धुर कर्म लिखिया करतार। जदों धुर दरगाह तो परमात्मा ने बख्शिश का लेखा तेरे मत्थे ते लिख दिता, एक गल याद रखी, उस दिन परमात्मा हिरदे दे विच आण के वस जाएगा। नानक आप मिलायन, कह लगे हे नानक वो परमात्मा आप जीव नूं अपने नाल मिला लैंदा है। किवें? आपे किरपा धार, परमात्मा आप किरपा करके अपने नाल मिलाउंदा है। अगला श्लोक दियां 2 पंक्तियां पढ़ के मैं इन्हां दा इकट्ठा खुलासा कर देना। महला तीजा। सतगुरु कह लगे कहे है कथे है ना पाई है। ये दूसरा श्लोक गुरु अमरदास जी का, कह लगे कहन दे नाल कथन दे नाल प्राप्ति नहीं होवेगी, आन दिन रहे सदा गुण गाए। भावें कोई दिन रात परमात्मा दे गुण गाई जावे, कही जावे, कथी जावे, उन्ना चिर प्राप्ति नहीं। किन्ना चिर? विन कर्म है किन्ने ना पायो, जिन्ना चिर परमात्मा की बख्शिश नहीं हुंदी, जिन्ना चिर वो कर्मां च नहीं। विन कर्म है, कर्मा तो बिना किन्ने ना पायो परमात्मा की प्राप्ति नहीं। भौंक मुए बिल लाए, बिल लाए का अर्थ है व्याकुल होना, कुरलाउणा। कह लगे बंदे रो रो के विलक विलक के थक गए ने, पर कहण कहाउण दे नाल परमात्मा जिहड़ा वो प्राप्त नहीं हुंदा, उहदी जिहड़ी प्राप्ति नहीं। ये मैं अखीरलियां पहले श्लोक दियां 2 पंक्तियां ते 2 आरंभ वाले दियां लईआं ने। इत्थे कुछ बेनतियां करनियां चाहुंदा। देखो जदों तुसीं फिलॉसफी नूं पढ़ोगे ना, अन मत ये भी कहिंदा कि तू कर्म कर उहदा तैनूं फल मिलदा है। ये इस रूप दे विच कई तरह के जिहड़े वो जग भी कीते जांदे ने, कई तरह के कर्म कीते जांदे ने परमात्मा की प्राप्ति दे। इस्लाम जिहड़ी वो भी अमृत वेले की गल करदी, बाबा फरीद साहब नूं पढ़ो वो अमृत वेले की बड़ी गल करते हैं। पर गुरमत का एक फलसफा बिल्कुल निरोल है।
मैं 3 श्लोक गुरु ग्रंथ साहिब दे तुहाडे नाल केवल ते केवल सांझे करांगा। ये पहला सारे सुन लिओ, सीधा सिट्टे ते ना पहुँचो भी शायद मैं अमृत वेले का खंडन कर रहा। मैं गुरमत का सिद्धांत तुहाडे नाल साझा करना चाहुंदा। बाबा फरीद साहब जी के 2 श्लोक उन्होंने अमृत वेले ते बड़ा जोर दिता बंदगी करते कि अमृत वेले उठ के बंदगी कर। पहला उन्हों का श्लोक है, फरीदा रात कथूरी वंडी है सुत्तियां मिले ना भाओ, जिन्ना नैन निंद्रावले तिन्ना मिलन कुवाओ। थोड़े थोड़े मैं अर्थ कर देना। कथूरी का अर्थ है कस्तूरी, यदा भाव अर्थ करना है नाम की महक, नाम की सुगंधी। कह लगे रात वेले ना असल च अद्धी रात में जो अमृत वेला होंदा उदों नाम की सुगंधी मिलती है, वंडी जाती है। फरीदा रात कथूरी वंडी है, नाम दियाँ सुगंधियाँ वंडियां जांदियां ने। सुत्तियां मिले ना भाओ, भाओ का अर्थ प्यार नहीं करना, भाओ का अर्थ है हिस्सा। ਜਿਹੜੇ मनुख सुते रह जाते हैं उन्हों के हिस्से दे विच नाम की सुगंधी नहीं आती। जिन्ना नैन निंद्रावले, जिन्ना दियां अखां नूं नींद प्यारी है, तिन्ना मिलन कुवाओ। कुवाओ के अर्थ जे पंजाबी च तुसी अमृतसर च करोगे, ये अमृतसर का शब्द है कुवाओ, इसका अर्थ हो जाएगा बोल। पर जे तुसी बाबा साहब जी की लहिंदी वाले पासे ये अर्थ करोगे कुवाओ का अर्थ है की। कह लगे उन्होंने की लाभ मिलेगा जिन्ना दी रात नूं नींदा अखां नूं नींद प्यारी। फरीदा मैं फिर श्लोक पढ़ देवां कि रात कथूरी वंडी है सुत्तिया मिले ना भाओ, जिन्ना नैन निंद्रावले तिन्ना मिलन कवाओ। भाव तू अमृत वेले उठ जे सुत्ता रहा तो कुछ नहीं मिलेगा। एक श्लोक होर बाबा फरीद साहब जी का है, कहेंगे पहले पहरे फुलड़ा फल पी पच्छा रात, जो जा गन लहन से साई कन्नो दात। कह लगे कि पहला पैर ना वो इदां दा जिवें निक्का जिहा फुल खिड़दा है। फल पी पच्छा रात, पच्छा रात का अर्थ है अमृत वेला। पच्छल रात उठना इदा जिवें फुल तो फल की प्राप्ति हो जाए। कह लगे जिहड़ा मनुख इन्हां चीज़ों तो वांझा रह जाता है उन्हां दे हिस्से दे विच कुछ नहीं हुंदा। पहले पैरे फुलड़ा फल पी पच्छा रात, जो जा गन जिहड़े जागदे ने लहन से साई कन्नो दात। कन्नो का अर्थ कोलों, कह लगे उन्होंने परमात्मा कोलों ये नाम की दात मिल जाती है। ये बाबा फरीद साहब की विचारधारा श्लोक दोवें गुरु ग्रंथ साहब च ने। पर जिथे भी तुसी देखो ना ये कोई सिद्धांतक गल चली तो गुरमत ने अपना जिहड़ा नाल फलसफा रखिया, नाल ही श्लोक है सतगुरां दा एक। याद रखियो अमृत वेले उठना जरूरी है। मैं फिर बार बार बेनती करा क्योंकि असीं ये बड़ी गल नूं कई बारी खिच दिंदे आ। पर केवल ते केवल बाबा फरीद साहब ने कहा तू रात उठ अमृत वेले उठ बंदगी कर तेनू दात मिल जाएगी। पर गुरु नानक साहब का घर कहता नहीं, दाती साहिब संदियां क्या चलै तिस नाल, एक जा गंदे ना लैन एक ना सुत्तियां दे उठाल। कह लगे ये असल च नाम जिहड़ा ये रब की दात है, इस च कोई शर्त नहीं कि ये सवेरे उठिया ही मिलना है तो दोपहर वालियां नूं कोई नहीं मिलना। हालांकि गुरु नानक साहब के अमृत बोल तुसीं रोज़ पढ़ते जे कि अमृत वेला सच नाओ वडियाई विचार, सिख अमृत वेले नूं सांभे। पर अमृत वेले नूं सांभ के मेरे कहण दा भाव यह है मता मन च भुलेखा रखो कि तुसीं अमृत वेले उठदे हो, मैं अमृत वेले उठदा तो मैनूं रब की प्राप्ति हो जाएगी। रब की प्राप्ति रब की कृपा दे नाल हुंदी है। दाती साहिब संधियां ये दातां ने मालक दियां, ऐदां रब की प्राप्ति नहीं। मैनूं इतिहास नूं जदों आपां फोलदे आ मैनूं साखी याद आ रही सी बाबा बुढ़ा साहब दी। जिस वेले बाबा बुढ़ा साहब जी प्रॉपर प्याना कर लगे, 6वें पातशाह कोल ने सिख कोल ने, सिखा ने सवाल किया सी बाबा बुढ़ा साहब जी ने। कह लगे बाबा जी बिरध जी कहते सन गुरु नानक साहब तो बड़ा सत्कार सी इन्हां दा, उदों तो ही बाबा जी कहा जाता है बाबा जी तुसी गुरु नानक साहब तो लैके आद सिख जे, तुसी जिहड़े वो 8 पातशाहियां दे दीदार कीते ने, दोनों गुरता गद्दी नहीं अजे मिली। तुसी 5 पातशाहियां नूं गुरता गद्दी दा तिलक लाया है, तुहानूं बचन मिले ने कि बुढ़िया तैथों ओले कदे ना होसां। सानूं इन्नी क गल दस दिओ कि गुरु नानक दे घर दे विच किहड़ी इहो जी घल ना घालीए जिहदे नाल गुरु नानक दी किरपा हो जाए, जिहदे नाल सानूं परमात्मा दी प्राप्ति हो जाए। तो बाबा बुढ़ा साहब जी ने पहलां तो चलो वेखो 125 सालां दे विचों 113 साल तकरीबन गुरु घर लई कड्ढे ने। असी तो 2 दिन आ जाइए तो असी उपदेश देन लग पैंदे। बाबा बुढ़ा साहब जी का पहला जवाब से सिखो सूरज के सामने दीवे की कोई होंद नहीं हुंदी। भाव गुरु हरगोबिंद साहब महाराज जी बैठे ने, मैं की उपदेश कर सकदा। ये निमरता सी बाबा बुढ़ा साहब की।
पर बाबा बुढ़ा साहब जी ने गुरु हरगोबिंद साहब महाराज जी ने कहा, कह लगे बाबा जी सिखां दा सवाल है, तुसी आद सिख जी जवाब दे। फिर उत्थे बाबा बुढ़ा साहब जी ने जवाब दिता, कह लगे सिखो जप करो, तप करो, संयम करो। इसकी व्याख्या की उन्हें जान लग्या, कह लगे जप करो बाणी दा, तप करो सेवा दा, संयम करो इंद्रियां दा। याद रखियो जप करके, तप करके, संयम करके मता अपने ते मान करियो कि मेरे ते कृपा हो जाएगी। आस फिर गुरु नानक दी रखो, उन्हें पता नहीं किहड़े वेले तुहाडे ते कृपा कर देनी है। आ गल याद रखण योग बात है। बाबा बुढ़ा साहब तो वध मैनूं नहीं लगता इतिहास कोई इहो जी हस्ती है जिन्हें गुरु नानक दे घर दा जिहड़ा वो प्यार ते गुरु नानक दे घर दे सिद्धांत नूं माने। ये गुरमत का फलसफा है। फिर मैं गल रिपीट करा, हुण ये दूजे पासे अर्थ ना लै जाओ भी सवेरे आखो भी अमृत वेले नहीं उठना, बाबा तो कहता जो मर्जी कर लो। सिख अमृत वेले उठदा है। अमृत वेले सानूं हुक्म है सतगुरां दी बाणी दा, गुर सतगुर का जो सिख खाए सो भल के उठ हर नाम। वो तड़के अमृत वेले उठ के रब की बंदगी करता है। पर मेरे कहने का भाव गुरमुखो अमृत वेले उठ के इस गल का दावा नहीं, ये केवल तो केवल परमात्मा की दात है जिन्हों अज गुरु अमरदास पातशाह जी इत्थे बख्शिश करते हैं। पहले श्लोक दियां भी पंक्तियां पढ़ देवां। कह लगे अंतर प्रीतम वसिया धुर कर्म लिखिया करतार नानक आप मिलायन आपे कृपा तार। जो उन्हें कृपा की उदों परमात्मा की प्राप्ति है। अगले श्लोक च क्या कहे है कथे एक कथे है ना पाई है। तू केवल तो केवल कई जाना है परमात्मा बारे, पढ़न का रूप हो गया, कथी जाना है कथा के रूप दे विच परमात्मा बारे। पर केवल तो केवल कहण ते कथन दे नाल नहीं परमात्मा की प्राप्ति होगी। अन दिन रह सदा गुण गाए, भावें तू दिन रात परमात्मा के गुण गाई जा। तो ये तुहानूं उदाहरणां भी सतगुरां दी बाणी चों मिलदी है। कहे कथे दे कि पढ़ पढ़ गड्डी लद्दी है, तू जिन्ना मर्जी पढ़ी जा, जे अंदर परमात्मा की दात नहीं वापरदी, उहदी कृपा नहीं तेरे ते हुंदी, ते इन्हां दा कोई लाभ नहीं होवेगा। पढ़ पढ़ गड्डी लद्दी है, पढ़ पढ़ भरी है साथ। जब मैं समय सामने ही रखा, ये एक होर आपां बचन पढ़ते हैं कि एक जिहड़ा सतगुरां दी बाणी दा आउंदा कि राम राम करता सब जग फिरै, राम ना पाया जाए। केवल तो केवल जिहड़ा कहण दे नाल कथन दे नाल अवर उपदेश है आप ना करे। जे तू लोकां नूं उपदेश करी जा रहे आप नहीं करे, तो मता मन च भुलेखा रखी रब की प्राप्ति हो जाएगी। गुण गाउणे उहदे चाहीदे ने, पर ये दात परमात्मा की है कि उन्हें किहड़े वेले झोली च पाउणी है। कहे कथे है ना पाई है, कहन अते कथन दे नाल परमात्मा की प्राप्ति नहीं। अन दिन रह सदा गुण गाए, भावें तू दिन रात क्यों ना गुण गाई। कई लोग तुसीं वेखोगे सारी दिहाड़ी चंगी गल है माला फेरनी गुरु गुरु जपना, पर जे तुहाडा हाल ही इदां दा होया मूँह में राम बगल में छुरी, उत्थे राम की करेगा। जिन्ना चिर परमात्मा का सिद्धांत ते नहीं चलते उन्ना चिर इन्हां गिनतियां की प्रवानगी नहीं। गुरमत ने किते नहीं मन्निया। ठीक है साडे आ डेरेदारां ने बेड़ा गर्क करके रखता, जी इन्ने पाठ कर लो, इन्नी तो गल ही नहीं सी चली। बाणी तो कहिंदी सी लेखिया कते ना छुटी है, खिन खिन भुल्लनहार बख्शनहार बख्श ले नानक पार उतार। उत्थे तो गिनती मिनती की गल ही कोई नहीं। हाँ सिख का जिहड़ा नितनेम है ये शुरू तो बज्जा आ रहा जी गुरु नानक साहब महाराज जी वेले तो। जो आप भाई गुरदास जी नूं पढ़ते हैं कि सोदार आरती गावी है अमृत वेले जाप उचारा, ये नितनेम गुरु वेले तो बज्जा आ रहा है। ये सिख का सिलेबस इन्हें करना है। पर उस तो लैदा तुसीं 5 पाठ जपजी साहब दे करो, 10 करो, सुखमनी साहब दे जिन्ने मर्जी करो, सहज पाठ जिन्ना मर्जी करो, ये कोई बंदिश नहीं हैगी। ये कोई सानू ये इन्हां वहमां दे विच पा दिता गया जी इन्ने पाठ कर लो, इन्ने पाठ कर लो। नहीं, सतगुरां दे ने इक्को गल कही सी कि किनका एक जिस जीव बसावै ताकि महिमा गणी न आवे। जे तेरे अंदर किनका नहीं ना वसिया, फिर उहियो श्लोक कि पढ़ पढ़ गड्डी लद्दी है जिन्ना मर्जी पढ़ी जो उहदा कोई फायदा नहीं। मैं तो अक्सर उदाहरण देना ना, जे पढ़न का मसला होवे सब तो वध पाठी पाठ करदा जी। 2 घंटे की रौल है, 60 अंग उन्हें गुरु ग्रंथ साहब के करने होंदे ने, 120 मिनट बनते हैं, तो तकरीबन 2 मिनट एक अंग करदा। उस तो वध कौन पाठ कर जेगा? है किसी की स्पीड आम बंदा नहीं कर सकता। हालांकि साडे को भी नहीं हुंदा, मेरी भी इन्नी स्पीड नहीं हैगी क्योंकि साडा विशा नहीं ना। पाठी सब तो वध बाणी पढ़ता है, पर परमात्मा की प्राप्ति पढ़न दे नाल तो नहीं ना। ये तो किरपा है, पता नहीं किहदी झोली च पै जानी है। सतगुरु जी बख्शिश करते गल नेड़े रखा। कह लगे कहे कथे ना पाई है
ਕਹਿਣ ਕਥਨ ਦੇ ਨਾਲ ਪ੍ਰਾਪਤੀ ਨਹੀਂ। ਅਨ ਦਿਨ ਰਹਿ ਸਦਾ ਗੁਣ ਗਾਏ, ਭਾਵੇਂ ਕੋਈ ਦਿਨ ਰਾਤ ਉਹਦੇ ਗੁਣ ਗਾਉਂਦਾ ਰਹੇ। ਬਿਨ ਕਰਮੈ ਕਿਨੇ ਨਾ ਪਾਇਓ, ਬਿਨਾ ਕਰਮਾਂ ਤੋਂ, ਬਿਨਾ ਉਹਦੀ ਬਖਸ਼ ਤੋਂ ਜਿੰਨਾ ਚਿਰ ਤੇਰੇ ਭਾਗਾਂ 'ਚ ਨਹੀਂ ਲਿਖਿਆ ਉਹਨਾਂ ਚਿਰ ਨਹੀਂ ਪ੍ਰਾਪਤੀ ਹੋਵੇਗੀ। ਭੌਂਕ ਮੂਏ ਬਿਲ ਲਾਏ, ਇੱਥੇ ਭੌਂਕ ਦਾ ਅਰਥ ਰੋਣਾ ਕਰਨਾ ਹੈ, ਬੋਲਣਾ। ਇਹਦਾ ਭੌਂਕ ਦਾ ਅਰਥ ਦੂਜਾ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਇਹੋ ਜਿਹੇ ਸ਼ਬਦ ਨੇ ਜਿਨ੍ਹਾਂ ਦੀ ਅੱਜ ਅਸੀਂ ਜਿਹੜੀ ਸੈਂਸ ਹੈ ਬਹੁਤ ਜ਼ਿਆਦਾ ਨੈਗੇਟਿਵ ਕਰਕੇ ਰੱਖ ਦਿੱਤੀ। ਬੜੇ ਸਾਰੇ ਡਾਕਟਰ ਸਾਹਿਬ, ਮੈਂ ਨਾ ਇੱਕ ਵਾਰੀ ਕਥਾ ਕਰਨ ਗਿਆ ਅਤੇ ਉੱਥੇ ਸ਼ਬਦ ਮੈਂ ਜਲੂਸ ਵਰਤਤਾ। ਹੁਣ ਜਲੂਸ ਦਾ ਅਰਥ ਹੈ ਜਲਾਓ। ਉਹ ਪਿੰਡ ਵਾਲਿਆਂ ਨੇ ਇਤਰਾਜ਼ ਕਰਤਾ, ਮੈਨੂੰ ਲਾਮਾ ਆ ਗਿਆ ਵੀ ਬਾਬਾ ਤੇ ਜਲੂਸ ਕਿਹਾ ਗਿਆ, ਅਤੇ ਜਲੂਸ ਤੇ ਆਪਾਂ ਕਿਸੇ ਦਾ ਕੱਢਦੇ ਹਾਂ। ਮੈਂ ਵੀ ਭਾਈ ਕਿਤੇ ਪੜ੍ਹ ਵੀ ਲਿਆ ਕਰੋ। ਇਸ ਕਰਕੇ ਬਹੁਤ ਸਾਰੇ ਇਹੋ ਜਿਹੇ ਸ਼ਬਦ ਨੇ ਜਿਨ੍ਹਾਂ ਦੇ ਅਰਥਾਂ ਦਾ ਸਾਨੂੰ ਪਤਾ ਨਹੀਂ। ਅੱਜ ਬਹੁਤ ਜ਼ਿਆਦਾ ਨੈਗੇਟਿਵ ਸੈਂਸ ਦੇ ਨਾਲ ਅਸੀਂ ਅਰਥ ਕਰਦੇ। ਭੌਂਕ ਦਾ ਅਰਥ ਕਿਹਨੂੰ ਕਰਦੇ? ਜਿਹੜਾ ਫਾਲਤੂ ਬੋਲਿਆ ਅਸੀਂ ਕਹਿੰਦੇ ਵੀ ਤੂੰ ਕੀ ਭੌਂਕਦਾ ਹੈ, ਪਰ ਭੌਂਕ ਦਾ ਅਰਥ ਬੋਲਣਾ ਹੁੰਦਾ ਹੈ। ਠੀਕ ਹੈ, ਅਸੀਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਨੈਗੇਟਿਵ ਲੈ ਗਏ। ਇੱਥੇ ਇਹ ਭੌਂਕ ਦਾ ਅਰਥ ਨੈਗੇਟਿਵ ਨਾ ਕਰਿਓ ਜ਼ਿਆਦਾ। ਇੱਥੇ ਭੌਂਕ ਮੂਏ ਬਿਲ ਲਾਏ ਦਾ ਅਰਥ ਹੈ ਕਿ ਉਹ ਜਿੰਨਾ ਮਰਜ਼ੀ ਕਹਿ ਕੇ ਰੋ ਕੇ ਕੁਰਲਾ ਕੇ ਹਟ ਗਏ, ਪਰ ਉਹਨਾਂ ਦੇ ਕਹਿਣ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ। ਅੱਗੇ ਸਤਿਗੁਰੂ ਕਹਿਣਗੇ ਗੁਰ ਕੈ ਸ਼ਬਦ ਮਨ ਤਨ ਭਿੱਜੈ। ਕਹਿੰਦੇ ਜੇ ਕਿਤੇ ਬਾਣੀ ਪੜ੍ਹਦੇ ਆ ਤੇਰਾ ਮਨ ਤਨ ਭਿੱਜ ਜਾਵੇ, ਸਵਾਦ ਹੀ ਹੈ ਜੀ। ਅਤੇ ਮਨ ਤੇ ਤਾਂ ਭਿੱਜੇ ਨਾ ਭਿੱਜੇ ਉਹ ਚੀਜ਼ ਦਾ ਆਨੰਦ ਮਾਣੋਗੇ। ਅਤੇ ਜੇ ਆਨੰਦ ਹੀ ਨਹੀਂ ਅਜੇ ਤੱਕ ਤੁਸੀਂ ਮਾਣਿਆ, ਫਿਰ ਉਦਾਹਰਨ ਦੇ ਦਿੰਦਾ। ਆਪਾਂ ਨਹਾਉਂਦੇ ਆ ਨਾ, ਹੁਣ ਗਰਮੀਆਂ ਦੇ ਬੜੇ ਪਿਆਰ ਦੇ ਨਾਲ ਮੱਗਾ ਠੰਡੇ ਪਾਣੀ ਦਾ ਉੱਤੇ ਤਨ ਦੇ ਉੱਤੇ ਪਾਇਆ ਜਾਂਦਾ ਹੈ, ਚੰਗੀ ਤਰ੍ਹਾਂ ਇਸ਼ਨਾਨ ਕੀਤਾ ਜਾਂਦਾ। ਸਿਆਲ ਹੁੰਦਾ ਕਿੱਦਾਂ ਦਾ ਇਸ਼ਨਾਨ ਹੁੰਦਾ, ਇੱਕ ਮੱਗਾ ਇੱਧਰ ਸੁੱਟਿਆ ਅਤੇ ਇੱਕ ਇੱਧਰ ਤੇ ਕੰਮ ਬੰਨੇ, ਇੱਦਾਂ ਹੀ ਨਹਾਉਂਦੇ। ਚਲੋ ਠੀਕ ਹੈ, ਤੁਸੀਂ ਗੀਜ਼ਰ ਲਾ ਲਏ। ਬਾਬਿਆਂ ਨੂੰ ਤਾਂ ਠੰਡੇ ਪਾਣੀ ਨਾਲ ਨਹਾਉਣਾ ਪੈਂਦਾ, ਸਾਨੂੰ ਮੈਂ ਤਾਂ ਇੱਦਾਂ ਹੀ ਨਹਾਉਣਾ ਸਿਆਲ 'ਚ, ਮਰਨਾ ਇੰਨੇ ਠੰਡੇ ਪਾਣੀ ਨਾਲ। ਤੁਸੀਂ ਜੇ ਤੇ ਇੱਧਰੋਂ ਉੱਧਰੋਂ ਕੰਮ ਕਰੋਗੇ ਤਾਂ ਸਰੀਰ ਸਾਰਾ ਵੀ ਕਈ ਵਾਰੀ ਚੰਗੀ ਤਰ੍ਹਾਂ ਗਿੱਲਾ ਨਹੀਂ ਹੁੰਦਾ। ਇੱਕ ਫਾਰਮੈਲਿਟੀ ਹੈ। ਜੇ ਬਾਣੀ ਪੜ੍ਹੀ, ਪੰਜ ਪਾਠ ਸੁਖਮਨੀ ਸਾਹਿਬ ਦੇ ਕਰ ਲਏ, ਅੰਦਰ ਕਿੱਥੋਂ ਭੇਜੇਗਾ? ਜਿਹੜਾ ਕੰਮ ਪਿਆਰ ਦੇ ਨਾਲ ਕੀਤਾ ਜਾਵੇ ਉਹਦੇ ਨਾਲ ਦੀ ਰੀਸ ਨਹੀਂ। ਬਾਣੀ ਪੜ੍ਹੋ ਪ੍ਰੇਮ ਦੇ ਨਾਲ। ਸਤਿਗੁਰੂ ਕਹਿਣਗੇ ਗੁਰ ਕੈ ਸ਼ਬਦ ਮਨ ਤਨ ਭਿੱਜੈ। ਜੇ ਤੂੰ ਪ੍ਰੇਮ ਦੇ ਨਾਲ ਬਾਣੀ ਪੜ੍ਹਦਿਆਂ ਕਿਤੇ ਨਾਮ ਤੇਰੇ ਤੇ ਅਸਰ ਕਰ ਗਿਆ, ਸ਼ਬਦ ਦੇ ਵਿੱਚ ਮਨ ਤਨ ਤੇਰਾ ਭਿੱਜ ਗਿਆ, ਫਿਰ ਯਾਦ ਰੱਖੀ ਸਤਿਗੁਰੂ ਕਹਿੰਦੇ ਨੇ ਆਪ ਵਸੈ ਮਨ ਆਏ। ਪ੍ਰਮਾਤਮਾ ਆਪ ਆਣ ਕੇ ਤੇਰੇ ਮਨ 'ਚ ਵਸੇਗਾ। ਰਹਿ ਰਾਹ 'ਚ ਬੜੇ ਪਿਆਰੇ ਬੋਲ ਨੇ। ਵੈਸੇ ਸਾਰੀ ਬਾਣੀ 'ਚ ਹੀ ਹੈ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮੀਤ ਗੁਰਦੇਵ। ਆਪਾਂ ਕਿੱਦਾਂ ਪੜ੍ਹਦੇ ਸਾਰੀ ਬਾਣੀ, ਮੇਰੇ ਮਾਧੋ ਜੀ ਸਤ ਸੰਗਤ। ਚਲੋ ਸਾਨੂੰ ਤਾਂ ਮੈਂ ਬੜੀ ਵਾਰੀ ਕਿਹਾ ਵੀ ਟਾਈਮ ਦੀ ਪਾਬੰਦੀ ਕਰਨੀ ਪੈਂਦੀ, ਪਰ ਆਮ ਮਨੁੱਖ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਨੰਗੇ ਬੜੀ ਮਾੜੀ ਗੱਲ। ਜਿੰਨੀ ਵੀ ਬਾਣੀ ਪੜ੍ਹੋ ਥੋੜ੍ਹੀ ਪੜ੍ਹੋ, ਪਰ ਪ੍ਰੇਮ ਸਹਿਤ ਪੜ੍ਹੋ। ਸਤਿਗੁਰੂ ਕਹਿੰਦੇ ਜੇ ਇਹ ਪ੍ਰੇਮ ਦੇ ਨਾਲ ਪੜ੍ਹੀ ਤੇ ਫਿਰ ਪਰਮਾਤਮਾ ਆਣ ਕੇ ਜਿਹੜਾ ਉਹ ਮਨ 'ਚ ਵਸ ਜਾਂਦਾ ਏ। ਨਾਨਕ ਨਦਰੀ ਪਾਈਐ। ਫਿਰ ਸੁਣੋ ਅਖੀਰ ਤੇ ਕਹਿਣਗੇ ਤੂੰ ਪ੍ਰੇਮ ਦੇ ਨਾਲ ਸ਼ਬਦ ਪੜ੍ਹ, ਉਹ 'ਚ ਮਨ ਤਨ ਭਿੱਜ ਗਿਆ, ਪਰ ਫਿਰ ਵੀ ਨਦਰੀ ਦਾ ਅਰਥ ਹੈ ਬਖਸ਼ਿਸ਼। ਫਿਰ ਵੀ ਪਾਈ ਹੈ ਪਰਮਾਤਮਾ ਦੀ ਪ੍ਰਾਪਤੀ ਤਾਂ ਹੋਣੀ ਹੈ ਜੇ ਉਹਦੀ ਬਖਸ਼ਿਸ਼ ਹੈ। ਤੂੰ ਪ੍ਰੇਮ ਦੇ ਨਾਲ ਬਾਣੀ ਪੜ੍ਹ ਵੀ ਲਈ ਨਾ, ਜਿਹੜੀ ਆਪਾਂ ਪਹਿਲਾਂ ਗੱਲ ਵਿਚਾਰੀ ਹੈ, ਤਾਂ ਵੀ ਪਰਮਾਤਮਾ ਦੀ ਬਖਸ਼ਿਸ਼ ਦੀ ਉਡੀਕ ਕਰੀ। ਨਾਨਕ ਨਦਰੀ ਪਾਈ ਹੈ, ਜਦੋਂ ਉਹਦੀ ਤੇਰੇ ਤੇ ਨਦਰ ਹੋ ਗਈ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਆਪੇ ਲਏ ਮਿਲਾਏ, ਤੈਨੂੰ ਜਾਣ ਦੀ ਲੋੜ ਨਹੀਂ, ਪਰਮਾਤਮਾ ਆਪ ਆਣ ਕੇ ਮਿਲੇਗਾ। ਅਤੇ ਤੁਸੀਂ ਜਿੰਨਾ ਮਰਜ਼ੀ ਫਲਸਫਾ ਪੜ੍ਹ ਕੇ ਵੇਖ ਲਓ, ਜਦੋਂ ਵੀ ਰੱਬ ਆਇਆ ਆਪ ਆਣ ਕੇ ਰੱਬ ਮਿਲਦਾ ਜੀ। ਜੀਵਨ ਉੱਥੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਆਪ ਰੱਬ ਆਣ ਕੇ ਮਿਲਦਾ ਹੈ ਹਰ ਥਾਂ ਦੇ ਉੱਤੇ। ਸਤਿਗੁਰੂ ਇੱਥੇ ਕਹਿ ਰਹੇ ਨੇ ਆਪ ਲਏ ਮਿਲਾਏ, ਉਹ ਆਪ ਆਣ ਕੇ ਤੈਨੂੰ ਆਪਣੇ 'ਚ ਮਿਲਾ ਲਵੇਗਾ। ਅੱਗੇ ਪੌੜੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪੌੜੀ। ਸਤਿਗੁਰੂ ਕਹਿਣਗੇ ਆਪੇ ਵੇਦ ਪੁਰਾਣ ਸਭ ਸ਼ਾਸਤ। ਇੱਥੇ ਵਿਦਵਾਨਾਂ ਦੀ ਗੱਲ ਕੀਤੀ ਜਾ ਰਹੀ, ਇਹਦੇ ਅਰਥ ਕਰਾਂਗੇ ਤੁਸੀਂ ਆਪ ਹੀ ਪ੍ਰਭੂ ਜੀ ਵੇਦਾਂ ਪੁਰਾਣਾਂ ਅਤੇ ਸ਼ਾਸਤਰਾਂ ਨੂੰ ਉਚਾਰਨ ਵਾਲੇ ਜੇ। ਆਪੇ ਵੇਦ 4 ਵੇਦ ਨੇ, 18 ਪੁਰਾਣ ਨੇ, 6 ਸ਼ਾਸਤਰ ਨੇ। ਆਪੇ ਵੇਦ ਪੁਰਾਣ ਸਭ ਸ਼ਾਸਤ। ਆਪ ਕਥੈ, ਆਪ ਹੀ ਇਹਨਾਂ ਨੂੰ ਬਿਆਨ ਕਰਨ ਵਾਲੇ ਜੇ। ਆਪ ਭੀਜੈ, ਆਪੇ ਹੀ ਜਿਹੜੀ ਹੈ ਇਹਨਾਂ ਦੀ ਵਿਚਾਰ ਸੁਣ ਕੇ ਤੇ ਇਹਨਾਂ ਦੇ ਵਿੱਚ ਨਾਮ ਦੇ ਵਿੱਚ ਭਿੱਜਦੇ ਪਏ ਜੀ। ਫਿਰ ਸੁਣੋ, ਆਪ ਹੀ ਤੁਸੀਂ ਵੇਦਾਂ ਨੂੰ ਸ਼ਾਸਤਰਾਂ ਨੂੰ ਪੁਰਾਣਾਂ ਨੂੰ ਉਚਾਰਨ ਕੀਤਾ, ਆਪ ਹੀ ਇਹਨਾਂ ਨੂੰ ਕਥਿਆ, ਇਹਨਾਂ ਦੀ ਵਿਆਖਿਆ ਕੀਤੀ, ਅਤੇ ਵਿਆਖਿਆ ਵੀ ਆਪ ਹੀ ਸੁਣ ਕੇ ਆਪ ਹੀ ਪ੍ਰਸੰਨ ਹੋ ਰਹੇ ਜੇ। ਆਪੇ ਬਹਿ ਪੂਜੇ ਕਰਤਾ, ਕਰਤੇ ਦਾ ਅਰਥ ਹੈ ਪਰਮਾਤਮਾ। ਆਪ ਹੀ ਪ੍ਰਭੂ ਜੀ ਤੁਸੀਂ ਵੇਦਾਂ ਦੇ ਵਿੱਚ ਜਿਹਦੇ ਪੰਡਤ ਦਾ ਰੂਪ ਬਣ ਕੇ ਜਦੋਂ ਕਥਾ ਕੀਤੀ, ਆਪ ਹੀ ਆਪਣੀ ਪੂਜਾ ਪਏ ਕਰਦੇ ਜੇ। ਆਪੇ ਪਰਪੰਚ ਕਰੀਜੈ, ਆਪ ਹੀ ਜਗਤ ਦਾ ਪਸਾਰਾ ਜਿਹੜਾ ਉਹ ਹਰ ਪਾਸੇ ਖਿਲਾਰ ਰਹੇ ਜੇ। ਆਪੇ ਪਰਵਿਰਤ,
ਪ੍ਰਵਿਰਤ ਦਾ ਅਰਥ ਹੁੰਦਾ ਕਿਸੇ ਚੀਜ਼ ਦੇ ਵਿੱਚ ਖਚਿਤ ਹੋ ਜਾਣਾ। ਆਪ ਹੀ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ, ਧਨ ਪਦਾਰਥ ਦੇ ਵਿੱਚ, ਦੁਨੀਆ ਦੇ ਵਿੱਚ ਤੁਹਾਡੀ ਸੁਰਤ ਜਿਹੜੀ ਉਹ ਲੱਗੀ ਹੋਈ ਹੈ। ਆਪ ਨਿਰਵਿਰਤੀ, ਨਿਰਵਿਰਤੀ ਦਾ ਅਰਥ ਨਿਰਲੇਪ, ਆਪ ਹੀ ਤੁਸੀਂ ਇਹਨਾਂ ਤੋਂ ਨਿਰਲੇਪ ਵੀ ਜੇ ਸਾਰਾ ਕੁਝ। ਆਪ ਪ੍ਰਵਿਰਤ, ਆਪ ਨਿਰਵਿਰਤੀ, ਆਪੇ ਅਕਥ ਕਥੀਜੈ। ਅਕਥ ਦਾ ਅਰਥ ਹੈ ਜਿਹੜੀ ਚੀਜ਼ ਕਥੀ ਨਹੀਂ ਜਾ ਸਕਦੀ। ਆਪਣੇ ਸਿਧਾਂਤ ਨੂੰ, ਜਿਹੜਾ ਤੁਹਾਡਾ ਸਿਧਾਂਤ ਨਹੀਂ ਕਥਿਆ ਜਾਂਦਾ, ਉਹਨੂੰ ਵੀ ਤੁਸੀਂ ਆਪ ਹੀ ਕਥਾ ਦੇ ਰੂਪ ਦੇ ਵਿੱਚ ਕਥਦੇ ਪਏ ਜੇ। ਆਪੇ ਪੁੰਨ ਸਭ ਆਪ ਕਰਾਏ। ਧਰਮ ਦੀ ਗੱਲ ਚੱਲ ਰਹੀ, ਮੈਂ ਕੱਲ੍ਹ ਵੀ ਕਿਹਾ ਸੀ ਧਰਮ ਤੋਂ ਪਾਪ ਪੁੰਨ ਨਿਕਲਣਗੇ, ਤੇ ਅੱਜ ਅੱਗੇ ਗੱਲ ਆਵੇਗੀ ਪਾਪ ਪੁੰਨ ਤੋਂ ਦੁੱਖ ਸੁੱਖ ਨਿਕਲਣਗੇ। ਇਹ ਲੜੀ ਚੱਲਦੀ ਹੈ ਵੱਧ ਕੇ। ਸਤਿਗੁਰੂ ਕਹਿ ਲਗੇ ਆਪੇ ਪੁੰਨ ਸਭ ਆਪ ਕਰਾਏ, ਆਪ ਹੀ ਸ਼ੁਭ ਕਰਮ ਕਰਾਉਂਦੇ ਜੇ ਤੁਸੀਂ ਜੀਵਾਂ ਕੋਲੋਂ। ਅੱਗੇ ਕਹਿਣ ਲੱਗੇ ਆਪ ਅਲਿਪਤ ਵਰਤੀਜੇ, ਆਪ ਪੁੰਨ ਕਰਕੇ, ਚੰਗੇ ਕਰਮ ਕਰਕੇ, ਤੇ ਉਹਨਾਂ ਦਾ ਫਲ ਭੋਗਣ ਤੋਂ ਲੈਦਾ ਹੀ ਆਪ ਹੀ ਅਲਿਪਤ ਜੇ, ਨਿਰਲੇਪ ਹੋ ਕੇ ਵਰਤ ਰਹੇ ਜੇ। ਆਪੇ ਸੁੱਖ ਦੁੱਖ ਦੇਵੈ ਕਰਤਾ, ਪ੍ਰਭੂ ਜੀ ਜੇ ਦੁੱਖ ਦਿੰਦੇ ਜੇ, ਸੁੱਖ ਦਿੰਦੇ ਜੇ, ਉਹ ਵੀ ਤੁਸੀਂ ਆਪ ਹੀ ਦਿੰਦੇ ਜੇ। ਆਪੇ ਬਖਸ਼ ਕਰੀਜੈ, ਜੇ ਕਿਸੇ ਦੇ ਗੁਨਾਹਾਂ ਨੂੰ ਬਖਸ਼ਦੇ ਜੇ, ਜੇ ਕਿਸੇ ਦੇ ਉੱਤੇ ਰਹਿਮਤ ਕਰਦੇ ਜੇ, ਉਹ ਵੀ ਤੁਸੀਂ ਆਪ ਹੀ ਕਰਦੇ ਜੇ, ਤੁਹਾਡੇ ਤੋਂ ਬਿਨਾ ਕੋਈ ਹੋਰ ਨਹੀਂ ਕਰਦਾ। ਸੋ ਇਸ 8ਵੀਂ ਪੌੜੀ ਤੇ ਨਾਲ ਲੱਗਦੇ ਸ਼ਲੋਕਾਂ ਦੀ ਵਿਚਾਰ ਸਮੁੱਚਾ ਤੱਤ ਭਾਵ ਇਹ ਹੈ ਕਿ ਧਾਰਮਿਕ ਗ੍ਰੰਥਾਂ ਨੂੰ ਕਥਨ ਵਾਲਾ, ਸਮਝਣ ਵਾਲਾ, ਪੂਜਾ ਕਰਨ ਵਾਲਾ ਸਾਰਾ ਕੁਝ ਪ੍ਰਮਾਤਮਾ ਆਪ ਹੀ ਹੈ। ਸਿੱਖ ਨੂੰ ਹੁਕਮ ਹੈ ਕਿ ਜਦੋਂ ਕੋਈ ਜਗਿਆਸੂ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਉਹ ਬੰਦਗੀ ਕਰੇ, ਸਿਮਰਨ ਕਰੇ, ਪਰ ਆਸ ਪ੍ਰਮਾਤਮਾ ਦੀ ਰੱਖੇ। ਜਦੋਂ ਉਹ ਮਿਹਰ ਕਰਦਾ ਹੈ ਤੇ ਜੀਵ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇੰਨੀਆਂ ਬੇਨਤੀਆਂ, ਪ੍ਰਵਾਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਆਪੇ ਪੁੰਨ ਸਭ ਆਪ ਕਰਾਏ, ਆਪ ਅਲਿਪਤ ਵਰਤੀਜੈ। ਆਪੇ ਸੁਖ ਦੁਖ ਦੇਵੈ ਕਰਤਾ, ਆਪੇ ਬਖਸ਼ ਕਰੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ